ਅੱਜ-ਕੱਲ੍ਹ ਹੱਥਾਂ ਵਿੱਚ ਅਸਲੇ ਫੜ ਕੇ ਗੀਤਾਂ ਵਿੱਚ ਬੰਦੇ ਮਾਰਨ ਵਾਲੇ ਲੰਡੂ ਜੇ ਗਾਇਕ ਖੁਦ ਨੂੰ ਸੂਰਬੀਰ ਕਹਾਉਂਦੇ ਨੇ ਤੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਅਸਲੇ ਨੂੰ ਆਪਣੀ ਹਿੱਕ ਨਾਲ ਲਾ ਕੇ ਅਕਾਲ ਤਖਤ ਸਾਹਿਬ ਦੀ ਰਾਖੀ ਕੀਤੀ, ਉਹ ਸੂਰਮੇ ਕਿਸੇ ਵਿਰਲੇ ਨੌਜਵਾਨ ਨੂੰ ਯਾਦ ਹੋਣੇ ਨੇ। 1925 ਵਿੱਚ ਅੰਮ੍ਰਿਤਸਰ ਤੋਂ 8 ਕਿਲੋਮੀਟਰ ਦੂਰ ਪਿੰਡ ਖਿਆਲਾ ਵਿੱਚ ਜਨਮੇ ਸੁਬੇਗ ਸਿੰਘ ਦੇ ਪਰਿਵਾਰ ਕੋਲ 100 ਏਕੜ ਦੇ ਕਰੀਬ ਖੁੱਲੀ ਜ਼ਮੀਨ ਸੀ। ਪਰਿਵਾਰਕ ਪਿਛੋਕੜ ਮੱਸੇ ਰੰਗੜ ਦਾ ਸਿਰ ਕਲਮ ਕਰਨ ਵਾਲੇ ਭਾਈ ਮਹਿਤਾਬ ਸਿੰਘ ਮੀਰਾਕੋਟ ਨਾਲ ਜੁੜਦਾ ਹੈ। ਹਾਕੀ ਅਤੇ ਫੁੱਟਬਾਲ ਦੇ ਇਸ ਸ਼ਾਨਦਾਰ ਖਿਡਾਰੀ ਨੇ 18 ਸਾਲ ਦੀ ਉਮਰ ਵਿੱਚ 100 ਮੀਟਰ ਦੇ ਇੰਡੀਆ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਸੀ। 1943 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਵਿੱਚੋਂ ਹਜ਼ਾਰਾਂ ਉਮੀਦਵਾਰਾਂ ਵਿੱਚੋਂ ਇਕੱਲੇ ਹੀ ਮਿਲਟਰੀ ਆਫੀਸਰ ਟ੍ਰੇਨਿੰਗ ਅਕੈਡਮੀ ਵਾਸਤੇ ਚੁਣੇ ਗਏ। ਫਿਰ ਦੂਜਾ ਵਿਸ਼ਵ ਯੁੱਧ 1945 ਤੱਕ ਬਹਾਦਰੀ ਨਾਲ ਲੜਿਆ। 1948 ਦੀ ਕਸ਼ਮੀਰ ਵਿੱਚ ਹੋਈ ਘੁਸਪੈਠ ਨੂੰ ਠੱਲ ਵੀ ਪਾਈ। 1962 ਵਿੱਚ ਚੀਨੀਆਂ ਨਾਲ ਹੋਈ ਜੰਗ ਤਣੋ ਮਨੋ ਹਿੱਕ ਡਾਹ ਕੇ ਲੜੀ। 1965 ਵਿੱਚ ਪਾਕਿਸਤਾਨ ਨਾਲ ਜੰਗ ਸ਼ੁਰੂ ਹੀ ਹੋਈ ਸੀ ਕਿ ਹਾਜੀ ਪੀਰ ਦੇ ਮੋਰਚੇ ਤੇ ਡਟੇ ਹੋਏ ਇਸ ਜਰਨੈਲ ਨੂੰ ਪਿੰਡੋਂ ਟੈਲੀਗ੍ਰਾਮ ਆ ਗਿਆ ਕਿ ਪਿਤਾ ਭਗਵਾਨ ਸਿੰਘ ਜੀ ਪੂਰੇ ਹੋ ਗਏ ਨੇ। ਛੁੱਟੀ ਆਸਾਨੀ ਨਾਲ ਮਿਲ ਸਕਦੀ ਸੀ, ਪਰ ਸੁਨੇਹੇ ਵਾਲਾ ਕਾਗਜ਼ ਆਪਣੀ ਜੇਬ ਵਿੱਚ ਪਾ ਕੇ ਜਨਰਲ ਸੁਬੇਗ ਸਿੰਘ ਜੀ ਵਾਪਸ ਆਪਣੇ ਮੋਰਚੇ ਵਿੱਚ ਡਟ ਗਏ। ਜੰਗ ਮੁੱਕੀ ਮਗਰੋਂ ਜਦੋਂ ਬਾਕੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਏ। ਜੰਗ ਮਗਰੋਂ ਮਾਤਾ ਸਰਦਾਰਨੀ ਪ੍ਰੀਤਮ ਕੌਰ ਜੀ ਨੂੰ ਹੌਸਲਾ ਦੇਣ ਲਈ ਪਿੰਡ ਪੁੱਜ ਗਏ। ਮਾਂ ਨੇ ਇੱਕ ਵਾਰੀ ਵੀ ਪੁੱਤ ਨਾਲ ਗਿਲਾ ਨਹੀਂ ਕੀਤਾ ਕਿ ਬਾਪ ਮੋਏ ਤੇ ਕਿਉਂ ਨਹੀਂ ਅਪੜਿਆ। ਸ਼ਾਇਦ ਢਿੱਡੋਂ ਜਨਮੇ ਦੇ ਸੁਭਾਅ ਤੇ ਫਿਤਰਤ ਤੋਂ ਚੰਗੀ ਤਰ੍ਹਾਂ ਵਾਕਿਫ ਸੀ। 1971 ਦੀ ਬੰਗਲਾਦੇਸ਼ ਦੀ ਲੜਾਈ ਵਿੱਚ ਬ੍ਰਿਗੇਡੀਅਰ ਰੈਂਕ ਤੱਕ ਦੇ ਅਫਸਰ ਹੁੰਦੇ ਹੋਏ ਸ਼ਾਹ ਬੇਗ ਨਾਮ ਦੇ ਮੁਸਲਿਮ ਨੌਜਵਾਨ ਵਜੋਂ ਵਿਚਰ ਕੇ ਮੁਕਤੀ ਵਾਹਣੀ ਨਾਮ ਦੀ ਗੁਰੀਲਾ ਫੌਜ ਖੜੀ ਕੀਤੀ ਤੇ ਮੁੜ ਕੇ ਸਟੀਕ ਵਿਉਂਤਬੰਦੀ ਕਰਕੇ 1 ਲੱਖ ਦੇ ਕਰੀਬ ਪਾਕਿਸਤਾਨੀ ਫੌਜੀਆਂ ਕੋਲੋਂ ਹਥਿਆਰ ਸਟਵਾਏ। ਹਥਿਆਰ ਸਟਵਾਉਣ ਤੋਂ ਬਾਅਦ ਪਾਕਿਸਤਾਨੀ ਫੌਜੀਆਂ ਨਾਲ ਧੱਕਾ ਨਹੀਂ ਹੋਣ ਦਿੱਤਾ। ਅਤੀ ਵਿਸ਼ਿਸ਼ਟ ਸੇਵਾ ਮੈਡਲ ਅਤੇ ਪਰਮ ਵਿਸ਼ਿਸ਼ਟ ਸੇਵਾ ਮੈਡਲ ਜਨਰਲ ਸੁਬੇਗ ਸਿੰਘ ਨੇ ਆਪਣੀ ਝੋਲੀ ਪਵਾਏ। ਮਿਲਟਰੀ ਸਾਇੰਸ ਅਤੇ ਆਪਰੇਸ਼ਨ ਟੈਕਟਿਕਸ ਦੇ ਮਾਹਿਰ ਇਸ ਅਫਸਰ ਨੇ ਕਈ ਹੋਰ ਮਹੱਤਵਪੂਰਨ ਅਹੁਦਿਆਂ ਤੇ ਕੰਮ ਕੀਤਾ। 1972 ਵਿੱਚ ਜਨਰਲ ਸੁਬੇਗ ਸਿੰਘ ਜੀ ਨੂੰ ਜਨਰਲ ਆਫੀਸਰ ਕਮਾਂਡਿੰਗ ਇਨ ਚੀਫ ਬਣਾ ਦਿੱਤਾ ਗਿਆ ਅਤੇ ਮੱਧ ਪ੍ਰਦੇਸ਼, ਬਿਹਾਰ ਅਤੇ ਉੜੀਸਾ ਦਾ ਚਾਰਜ ਜਨਰਲ ਸੁਬੇਗ ਸਿੰਘ ਜੀ ਦੇ ਹਵਾਲੇ ਕਰ ਦਿੱਤਾ ਗਿਆ। 1973 ਵਿੱਚ ਇੰਦਰਾ ਗਾਂਧੀ ਨੇ ਹੁਕਮ ਦਿੱਤਾ ਕਿ ਫੌਜ ਉਸ ਦੇ ਰਾਜਸੀ ਦੁਸ਼ਮਣ ਜੈ ਪ੍ਰਕਾਸ਼ ਨਾਰਾਇਣ ਨੂੰ ਗ੍ਰਿਫਤਾਰ ਕਰੇ, ਕਿਉਂਕਿ ਲੋਕਲ ਪੁਲਿਸ ਬਾਗੀ ਹੋ ਚੁੱਕੀ ਸੀ ਤੇ ਇੰਦਰਾ ਗਾਂਧੀ ਦਾ ਹੁਕਮ ਨਹੀਂ ਮੰਨ ਰਹੀ ਸੀ। ਜਨਰਲ ਸੁਬੇਗ ਸਿੰਘ ਜੀ ਨੇ ਇਹ ਕਹਿੰਦਿਆਂ ਹੋਇਆ ਸਾਫ਼ ਨਾ ਕਰ ਦਿੱਤੀ ਕਿ ਫੌਜ ਰਾਜਸੀ ਕੰਮਾਂ ਵਿੱਚ ਦਖਲ ਨਹੀਂ ਦੇ ਸਕਦੀ। ਕਦੇ ਵੀ ਨਾ ਸੁਣਨ ਵਾਲੀ ਇੰਦਰਾ ਗਾਂਧੀ ਨੇ ਗੁੱਸਾ ਖਾ ਕੇ ਸੁਬੇਗ ਸਿੰਘ ਜੀ ਨੂੰ ਮਾਮੂਲੀ 2500 ਰੁਪਏ ਦੇ ਗਿਫਟ ਲੈਣ ਦੇ ਦੋਸ਼ ਲਾ ਕੇ ਬਿਨਾਂ ਸਿਰ ਪੈਰ ਦੇ ਕੇਸ ਵਿੱਚ ਫਸਾ ਦਿੱਤਾ। ਫੇਰ ਸ਼ੁਰੂ ਹੋਇਆ ਇਸ ਬਹਾਦਰ ਅਫਸਰ ਨੂੰ ਪੈਰ ਪੈਰ ਤੇ ਜਲੀਲ ਕਰਨ ਦਾ ਸਿਲਸਿਲਾ। ਸੁਬੇਗ ਸਿੰਘ ਜੀ ਨੂੰ ਬੇਇੱਜ਼ਤ ਕਰਨ ਖਾਤਰ ਕਿੰਨੇ ਸਾਰੇ ਜੂਨੀਅਰ ਅਫਸਰ ਤਰੱਕੀ ਦੇ ਕੇ ਸੁਬੇਗ ਸਿੰਘ ਜੀ ਤੋਂ ਸੀਨੀਅਰ ਬਣਾ ਦਿੱਤੇ ਗਏ। ਸੁਬੇਗ ਸਿੰਘ ਜੀ ਨੂੰ ਬਣਦੀ ਤਰੱਕੀ ਤੋਂ ਜਾਣ ਬੁੱਝ ਕੇ ਵਾਂਝਿਆ ਰੱਖਿਆ ਗਿਆ, ਸਗੋਂ ਗਿਣੀ ਮਿੱਥੀ ਸਾਜ਼ਿਸ਼ ਤਹਿਤ ਕਰਪਸ਼ਨ ਦੇ ਇਸ ਮੁਕੱਦਮੇ ਨੂੰ ਰਿਟਾਇਰਮੈਂਟ ਤੱਕ ਦੀ ਤਰੀਕ 1 ਮਈ 1976 ਤੱਕ ਲਮਕਾਇਆ ਗਿਆ। ਅਜੇ ਵੀ ਬੱਸ ਨਾ ਕੀਤੀ, ਹੋਰ ਜਲੀਲ ਕਰਨ ਲਈ ਰਿਟਾਇਰਮੈਂਟ ਤੋਂ ਐਨ ਇੱਕ ਦਿਨ ਪਹਿਲਾਂ 30 ਅਪ੍ਰੈਲ 1976 ਨੂੰ ਹੀ ਬਿਨਾਂ ਅਦਾਲਤ ਦਾ ਫੈਸਲਾ ਉਡੀਕਿਆ ਨੌਕਰੀ ਤੋਂ ਡਿਸਮਿਸ ਵੀ ਕਰ ਦਿੱਤਾ। ਇੱਕ ਦੇਸ਼ ਨੂੰ ਸਮਰਪਿਤ ਫੌਜੀ ਜਰਨੈਲ ਵਾਸਤੇ ਇਸ ਤੋਂ ਨਮੋਸ਼ੀ ਵਾਲੀ ਗੱਲ ਕੀ ਹੋ ਸਕਦੀ ਸੀ। ਇਸੇ ਦੌਰਾਨ ਪਤਨੀ ਕੈਂਸਰ ਅਤੇ ਹੋਰ ਬਿਮਾਰੀਆਂ ਦਾ ਸ਼ਿਕਾਰ ਹੋ ਗਈ ਤੇ ਬੱਚਿਆਂ ਦੀ ਪੜ੍ਹਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਆਖਰ ਜ਼ਮੀਰ ਤੇ ਡੂੰਘੀਆਂ ਸੱਟਾਂ ਖਾਂਦੇ ਮਾਝੇ ਦੇ ਇਸ ਜਰਨੈਲ ਦਾ ਮਿਲਾਪ ਉਸ ਜਰਨੈਲ ਨਾਲ ਹੋਇਆ ਜਿਹੜਾ ਸਰੀਰਕ ਮੌਤ ਨੂੰ ਤੁੱਛ ਜਾਣਦਾ ਸੀ। 7 ਜੂਨ 1984 ਨੂੰ ਦੁਪਹਿਰੇ 12 ਕੁ ਵਜੇ ਜਨਰਲ ਸੁਬੇਗ ਸਿੰਘ ਜੀ ਦੀ ਮ੍ਰਿਤਕ ਦੇਹ ਨੂੰ ਰੱਸੀਆਂ ਨਾਲ ਬੰਨ੍ਹ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਧੂ ਕੇ ਬਾਹਰ ਕੱਢਿਆ ਗਿਆ। ਪਹਿਲਾਂ ਮ੍ਰਿਤਕ ਦੇਹ ਨੂੰ ਲੱਤਾਂ ਮਾਰ-ਮਾਰ ਕੇ ਰੱਜ ਕੇ ਬੇਇੱਜ਼ਤ ਕੀਤਾ, ਫਿਰ ਰੱਸਿਆਂ ਬੱਝੀ ਲਾਸ਼ ਨਾਲ ਫੋਟੋਆਂ ਵੀ ਖਿਚਾਈਆਂ। ਅਜੀਬ ਇਤਫਾਕ ਇਹ ਸੀ, ਜਿਸ ਫੌਜੀ ਜਰਨੈਲ ਨੇ ਬੰਗਲਾਦੇਸ਼ ਦੀ ਜੰਗ ਵਿੱਚ 90,000 ਦੇ ਕਰੀਬ ਦੁਸ਼ਮਣ ਦੇ ਸਿਪਾਹੀਆਂ ਹੱਥੋਂ ਹਥਿਆਰ ਸੁਟਵਾ ਕੇ ਵੀ ਉਹਨਾਂ ਦੇ ਫੌਜੀ ਮਾਣ ਸਨਮਾਨ ਦਾ ਪੂਰਾ ਖਿਆਲ ਰੱਖਿਆ, ਉਸੇ ਦੀ ਖੁਦ ਦੀ ਲਾਸ਼ ਉਸੇ ਦੇ ਮਹਿਕਮੇ ਵਾਲਿਆਂ ਰੱਜ-ਰੱਜ ਪੈਰਾਂ ਵਿੱਚ ਮਤੋਲੀ।
ਇੱਕ ਹੋਰ ਅਜੀਬ ਇਤਫਾਕ ਇਹ ਵੀ ਸੀ ਕਿ ਕਰਪਸ਼ਨ ਦੇ ਜਿਸ ਦੋਸ਼ ਨੂੰ ਆਧਾਰ ਬਣਾ ਕੇ ਫੌਜ ਵਿੱਚੋਂ ਬੇਇੱਜ਼ਤ ਕਰਕੇ ਕੱਢਿਆ ਗਿਆ ਸੀ, ਉਸੇ ਕੇਸ ਵਿੱਚੋਂ ਸੁਪਰੀਮ ਕੋਰਟ ਨੇ ਮਗਰੋਂ ਬਾਇੱਜ਼ਤ ਬਰੀ ਕਰ ਦਿੱਤਾ। ਪਰ ਜਿਸ ਤਰ੍ਹਾਂ ਆਖਿਆ ਜਾਂਦਾ ਹੈ, ਜਸਟਿਸ ਡਿਲੇ ਇਜ਼ ਜਸਟਿਸ ਡਿਨਾਈਡ, ਉਸ ਵੇਲੇ ਤੱਕ ਕਾਫੀ ਦੇਰ ਹੋ ਚੁੱਕੀ ਸੀ। ਇਹ ਬਾਗੀ ਦੁਨਿਆਵੀ ਅਦਾਲਤ ਦਾ ਮਖੌਲ ਉਡਾਉਂਦਾ ਹੋਇਆ ਕਾਫੀ ਦੂਰ ਜਾ ਚੁੱਕਾ ਸੀ। ਆਖਰ ਕੌਮ ਦੀ ਅਣਖ ਦੀ ਖਾਤਰ ਜ਼ਿੰਦਗੀ ਨੂੰ ਹੱਸ ਕੇ ਠੋਕਰ ਮਾਰਨ ਵਾਲਾ ਬਾਗੀ ਆਖਰੀ ਲੜਾਈ ਵਿੱਚ ਵੀ ਵਿਰੋਧੀਆਂ ਨੂੰ ਬੁਰੀ ਤਰ੍ਹਾਂ ਮਾਤ ਦੇ ਗਿਆ ਸੀ।